ਨਿਯਮਾਂ ਮੁਤਾਬਕ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। ਉਹ ਕਿਹੜੇ ਰੂਲ ਨੇ ਜਿਨ੍ਹਾਂ ਤਹਿਤ ਪੰਜਾਬੀ ਪਾਸ ਹੋਣੀ ਜ਼ਰੂਰੀ? ਦਿੱਲੀ ਕਮੇਟੀ ਦੇ ਐਕਟ ਦੇ ਅੰਦਰ ਹੈਗਾ ਕਿ ਜਿਹੜਾ ਮੈਂਬਰ ਹੈ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ। ਜਦ ਮੈਂਬਰਾਂ ਨੂੰ ਨਹੀਂ ਆਉਂਦੀ, ਆਪਾਂ ਇੱਕ ਪਾਸੇ ਗੱਲ ਕਰਨੇ ਆ ਕਿ ਸਾਡਾ ਪੰਜਾਬੀ ਵਿਰਸਾ ਜਾ ਰਿਹਾ, ਸਾਡੀ ਪੰਜਾਬੀ ਮਾਂ ਬੋਲੀ ਜਾ ਰਹੀ, ਅਸੀਂ ਉਹਦੇ ਉੱਤੇ ਇੰਨਾ ਦੇ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ। ਜਿਹੜੀ ਇੱਕ ਕਹਿੰਦੀ ਕੌਂਦੀ ਆਪਣੇ ਆਪ ਨੂੰ ਪੰਥਕ ਪਾਰਟੀ, ਜੇ ਉਹਨਾਂ ਦੇ ਮੈਂਬਰਾਂ ਨੂੰ ਹੀ ਨਹੀਂ ਆਉਂਦਾ। ਉਮੀਦਵਾਰ ਇਹਨਾਂ ਨੂੰ ਬਣਾਇਆ ਗਿਆ ਸੀ, ਤੁਹਾਨੂੰ ਉਦੋਂ ਨਹੀਂ ਇਤਰਾਜ਼ ਉਠਾਉਣੇ ਚਾਹੀਦੇ ਸੀ? ਤੁਸੀਂ ਦੇਰੀ ਨਹੀਂ ਕਰਤੀ ਕਿਉਂਕਿ ਹੁਣ ਤਾਂ ਵੋਟਾਂ ਦਾ ਕੰਮ ਹੋ ਚੁੱਕਿਆ। ਮੈਨੂੰ ਪਤਾ ਬਾਅਦ ਚ ਲੱਗਿਆ। ਸ਼ਿਕਾਇਤ ਕਿੱਥੇ ਕਰੋਗੇ ਹੁਣ? ਇੱਕ ਤਾਂ ਗੁਰਦੁਆਰਾ ਕਮਿਸ਼ਨ ਕੋਲ ਕਰਨੀ ਹੁੰਦੀ ਹੈ ਜਾਂ ਫਿਰ ਕੋਰਟ 'ਚ ਕੇਸ ਲੈ ਕੇ ਜਾਣਾ ਹੁੰਦਾ, ਇਲੈਕਸ਼ਨ ਪਟੀਸ਼ਨ। ਅਸੀਂ ਕੱਲ ਸ਼ਿਕਾਇਤ ਕੀਤੀ ਹੈ, ਉਹ ਮੈਂ ਜੱਗੋ ਪਾਰਟੀ ਨੇ ਕੀਤੀ ਹੈ, ਲੇਕਿਨ ਉਹਨਾਂ ਨੇ ਆਖਿਆ ਕਿ ਵੀ ਇਹਨੇ ਸਾਨੂੰ ਐਫੀਡੇਵਿਟ ਦਿੱਤਾ। ਜੇ ਇੱਕ ਪਾਸੇ ਪੰਥਕ ਪਾਰਟੀ ਹੈ ਤੇ ਇਹਨਾਂ ਨੂੰ ਪੰਥਕ ਹੀ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ, ਇਹਨਾਂ ਨੂੰ ਦੂਸਰੀਆਂ ਇਲੈਕਸ਼ਨਾਂ ਨਹੀਂ ਲੜਨੀਆਂ ਚਾਹੀਦੀਆਂ, ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਇਹਨਾਂ ਨੂੰ ਸਿਆਸਤ ਕਰਨੀ ਹੈ ਤੇ ਫਿਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਇਹਨਾਂ ਨੇ ਸ਼ੁਰੂ ਤੋਂ ਇਸ ਨੇ ਪਹਿਲਾਂ ਕੌਮ ਨੂੰ ਵੀ ਧੋਖਾ ਕੀਤਾ, ਸਰਕਾਰ ਨੂੰ ਵੀ ਧੋਖਾ ਦੇ ਰਹੇ, ਕਾਨੂੰਨ ਨੂੰ ਵੀ ਧੋਖਾ ਦੇ ਰਹੇ। ਇਹਨਾਂ ਦੇ ਉੱਤੇ ਤੇ ਕੇਸ ਰਜਿਸਟਰਡ ਹੋਣਾ ਚਾਹੀਦਾ, ਇਹਨਾਂ ਨੂੰ ਅੰਦਰ ਸੁੱਟਣਾ ਚਾਹੀਦਾ। ਤਾਂ ਹਮਦਰਦੀ ਹੈਗੇ ਹੋ, ਲੋਕਾਂ ਨੂੰ ਕੀ ਮੈਸੇਜ ਆ ਤੁਹਾਡਾ? ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੇ, ਉਹਦੇ ਵਿੱਚ ਲੋਕ ਕੀ ਪਲਾਨ ਕਰਨ, ਕੀ ਸੋਚਣ, ਕਿਹੋ ਜਿਹਾ ਮਾਹੌਲ ਹੋਵੇ ਚੋਣਾਂ ਦਾ? ਮੈਂ ਚਾਹੁੰਦੀ ਹਾਂ, ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਵੀ ਤੁਸੀਂ ਪੈਸਿਆਂ ਵੱਲ, ਸ਼ਰਾਬਾਂ ਦੀਆਂ ਬੋਤਲਾਂ ਛੱਡੋ। ਦਿੱਲੀ ਸਿੱਖ ਕਾਤਲਾਂ ਪੀੜਤ ਨਿਰਪ੍ਰੀਤ ਕੌਰ, ਜੋ ਹੁਣ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਉਹਨਾਂ ਦੇ ਮੈਂਬਰਾਂ 'ਤੇ ਵੱਡੇ ਸਵਾਲ ਖੜੇ ਕਰ ਰਹੇ ਨੇ। ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੀ ਇਹ ਨਿਸ਼ਾਨੇ 'ਤੇ ਲੈ ਰਹੇ ਨੇ। ਗੱਲ ਕਰਦੇ ਹਾਂ ਨਿਰਪ੍ਰੀਤ ਕੌਰ ਨਾਲ। ਮੈਮ, ਕੀ ਤੁਹਾਨੂੰ ਇਤਰਾਜ਼ ਆ ਅਕਾਲੀ ਦਲ ਦੇ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਉਮੀਦਵਾਰ ਸੀ ਦਿੱਲੀ ਸਿੱਖ ਕਮੇਟੀ ਦੇ? ਦੇਖੋ, ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਦੋ ਮੈਂਬਰ ਨੇ, ਜਸਬੀਰ ਸਿੰਘ ਜੱਸੀ ਔਰ ਹਰਵਿੰਦਰ ਸਿੰਘ ਕੇਪੀ। ਹਰਵਿੰਦਰ ਸਿੰਘ ਕੇਪੀ ਸ਼ਕਤੀ ਨਗਰ ਤੋਂ ਹੈ, ਜਸਬੀਰ ਸਿੰਘ ਜੱਸੀ ਜਿਹੜਾ ਹੈਗਾ ਉਹ ਸਿਵਲ ਲਾਈਨ ਤੋਂ ਆ। ਇਹ ਦੋਨੋਂ ਮੈਂਬਰ ਐਸੇ ਨੇ ਜਿਨ੍ਹਾਂ ਨੂੰ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਆ, ਔਰ ਇਹ ਫੇਲ ਹੋ ਗਏ ਸੀ ਜਿਹੜੇ ਟੈਸਟ 'ਚ। ਇੱਕ ਟੈਸਟ ਕਲੀਅਰ ਨਹੀਂ ਕਰ ਸਕੇ ਸੀ, ਲੇਕਿਨ ਆਰਓ ਦੇ ਨਾਲ ਧੋਖੇ ਨਾਲ ਇਹਨਾਂ ਨੇ ਪਾਸ ਹੋਏ ਨੇ ਔਰ ਉਸ ਤੋਂ ਬਾਅਦ ਇਲੈਕਟਡ ਮੈਂਬਰ ਵੀ ਬਣੇ ਨੇ। ਇਹਨਾਂ ਦੀ ਤੁਸੀਂ ਅੱਜ ਇਹਨਾਂ ਦਾ ਟੈਸਟ ਲਓ ਨਾ, ਤੇ ਇਹ ਦੋਨੋਂ ਅੱਜ ਫੇਲ ਨੇ। ਇਹ ਨਿਯਮਾਂ ਮੁਤਾਬਕ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। ਉਹ ਕਿਹੜੇ ਰੂਲ ਨੇ ਜਿਨ੍ਹਾਂ ਤਹਿਤ ਪੰਜਾਬੀ ਪਾਸ ਹੋਣੀ ਜ਼ਰੂਰੀ? ਦਿੱਲੀ ਕਮੇਟੀ ਦੇ ਐਕਟ ਦੇ ਅੰਦਰ ਹੈਗਾ ਕਿ ਜਿਹੜਾ ਮੈਂਬਰ ਹੈ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ। ਦੂਸਰਾ, ਉਹਦੇ ਅੰਦਰ ਉਹਨੂੰ ਪੰਜਾਬੀ ਲਿਖਣੀ ਔਰ ਪੜ੍ਹਨੀ ਆਉਣੀ ਚਾਹੀਦੀ ਹੈ। ਇਹ ਮੇਨ ਜਿਹੜੀ ਗੁਰਮੁਖੀ ਆਉਣੀ ਚਾਹੀਦੀ ਹੈ। ਜਦ ਮੈਂਬਰਾਂ ਨੂੰ ਨਹੀਂ ਆਉਂਦੀ, ਆਪਾਂ ਇੱਕ ਪਾਸੇ ਗੱਲ ਕਰਨੇ ਆ ਕਿ ਸਾਡਾ ਪੰਜਾਬੀ ਵਿਰਸਾ ਜਾ ਰਿਹਾ, ਸਾਡੀ ਪੰਜਾਬੀ ਮਾਂ ਬੋਲੀ ਜਾ ਰਹੀ, ਅਸੀਂ ਉਹਦੇ ਉੱਤੇ ਇੰਨਾ ਦੇ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ। ਜਿਹੜੀ ਇੱਕ ਕਹਿੰਦੀ ਕੌਂਦੀ ਆਪਣੇ ਆਪ ਨੂੰ ਪੰਥਕ ਪਾਰਟੀ, ਜੇ ਉਹਨਾਂ ਦੇ ਮੈਂਬਰਾਂ ਨੂੰ ਹੀ ਨਹੀਂ ਆਉਂਦਾ ਤੇ ਫਿਰ ਅਸੀਂ ਕੀ ਉਮੀਦ ਕਰਦੇ ਹਾਂ ਕਿ ਵੀ ਸਾਡੇ ਬੱਚਿਆਂ ਨੂੰ ਗਾਊਗਾ ਔਰ ਸਾਡੇ ਬੱਚਿਆਂ ਨੂੰ ਕੀ ਕਰਾਂਗੇ। ਦੂਸਰਾ ਮੇਰਾ ਆਬਜੈਕਸ਼ਨ ਇਹਨਾਂ ਦੇ ਉੱਤੇ ਇਹ ਹੈ ਕਿ ਜਿਹੜੇ ਅੰਮ੍ਰਿਤਧਾਰੀ ਬੰਦਾ, ਜੇ ਉਹ ਬਜਰਕ੍ਰੈਤ ਕਰਦਾ ਤੇ ਉਹਦੇ ਉੱਤੇ ਉਹਨੂੰ ਪਨਿਸ਼ਮੈਂਟ ਦਿੰਦੇ ਨੇ, ਉਹਨੂੰ ਪਾਰਟੀ 'ਚੋਂ ਕੱਢ ਦਿੰਦੇ ਨੇ। ਇਹਨਾਂ ਦਾ ਪਾਰਟੀ ਦਾ ਅਸੂਲ ਹੈ। ਜਿਸ ਤਰ੍ਹਾਂ ਉਦਾਹਰਨ 'ਚ ਇਹਨਾਂ ਨੇ ਸੁੱਚਾ ਸਿੰਘ ਲੰਗਾ ਨੂੰ ਕੱਢਿਆ, ਫਿਰ ਚੀਫ ਖਾਲਸਾ ਦੀਵਾਨ ਦੇ ਚਰਨਜੀਤ ਸਿੰਘ ਚੱਡਾ ਨੂੰ ਕੱਢਿਆ, ਪਾਰਟੀ 'ਚੋਂ ਕੱਢਤਾ ਸੀ ਕਿ ਬੇਨ। ਇਹਨਾਂ ਦੀ ਕੀ ਮਜਬੂਰੀ ਹੈ ਕਿ ਅਕਾਲੀ ਦਲ ਦਾ ਇੰਨਾ ਮਿਆਰ ਥੱਲੇ ਡਿੱਗ ਚੁੱਕਾ, ਜਿਹੜਾ ਵਿਕਰਮ ਸਿੰਘ ਰੋਣੀ ਦੇ ਉੱਤੇ ਵੀ ਸੇਮ ਉਹੀ ਹੈ, ਉਹ ਵਾਲੇ ਆਬਜੈਕਸ਼ਨ ਲੱਗੇ ਹਨ, ਬੇਸ ਉਹੀ ਹੈ। ਉਹਨਾਂ ਤੇ ਪਰਚਾ ਵੀ ਦਰਜ ਹੋਇਆ ਸੀ, ਉਦੋਂ ਪੁਲਿਸ ਆਈ ਸੀ, ਪਰਚਾ ਦਰਜ ਹੋਇਆ ਸੀ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਉਹਦਾ ਕਾਪਸ, ਉਹ ਬੰਦੇ ਨੂੰ ਲੈਣ ਦੀ ਇਹਨਾਂ ਨੂੰ ਕੀ ਲੋੜ ਪਈ ਸੀ? ਇਹਨਾਂ ਨੂੰ ਪਾਰਟੀ 'ਚੋਂ ਕੱਢਣਾ ਚਾਹੀਦਾ ਸੀ ਕਿ ਉਹਨਾਂ ਨੂੰ ਮੈਂਬਰ ਲੈਣਾ। ਇਹ ਉਹ ਕੰਮ ਕਰ ਰਹੇ ਨੇ ਜੋ ਇਹਨਾਂ ਨੇ 84 ਦੇ ਵਿੱਚ ਸਾਡੇ ਨਾਲ ਕੀਤਾ। ਸਾਨੂੰ ਲੋਕਾਂ 'ਚ, ਪਬਲਿਕ 'ਚ ਵੋਟਾਂ ਲੈਣ ਖਾਤਰ ਇਹ ਸਾਨੂੰ ਕਹਿ ਦਿੰਦੇ ਨੇ, ਸਾਰੇ ਕਹਿੰਦੇ ਨੇ ਜੀ ਅਸੀਂ 84 ਦੀ ਲੜਾਈ ਲੜ ਰਹੇ ਹਾਂ, ਅਸੀਂ 84 ਦੇ ਪੀੜਤਾਂ ਦੇ ਨਾਲ ਹਾਂ, ਲੇਕਿਨ 84 ਦੇ ਜਿਹੜੇ ਕਾਤਲ ਨੇ ਉਹਨਾਂ ਦੇ ਨਾਲੇ ਸਾਂਠ-ਗਾਂਠ ਕਰਦੇ ਨੇ, ਉਹਨਾਂ ਦੇ ਸੌਦੇਬਾਜ਼ੀਆਂ ਕਰਾਉਂਦੇ ਨੇ, ਤਨਖਾਹੀਏ ਕਰਾਰ ਹੁੰਦੇ ਨੇ ਇਹਨਾਂ ਦੇ ਮੈਂਬਰ। ਇਹ ਫਿਰ ਉਹਨਾਂ ਨੂੰ ਹੀ ਟਿਕਟਾਂ ਦੇ ਕੇ ਉਹਨਾਂ ਨੂੰ ਨਵਾਜ਼ਦੇ ਨੇ, ਉਹਨਾਂ ਨੂੰ ਲੈਂਦੇ। ਕਿਸ ਕਾਰਨ? ਕਿ ਸਾਡੀਆਂ ਜਿਹੜੀਆਂ ਵੋਟਾਂ ਨਾ ਕਿਤੇ ਪਾਸੇ ਜਾਣ। ਇਹਨਾਂ ਨੂੰ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਨੂੰ ਸਿਰਫ ਵੋਟਾਂ ਨੂੰ ਹੈ। ਆਤਮਾ ਸਿੰਘ ਲਬਾਣਾ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਹੋਇਆ, ਲੇਕਿਨ ਇਹਨਾਂ ਨੇ ਉਹਨੂੰ ਟਿਕਟ ਦਿੱਤੀ, ਉਹਨੂੰ ਬਣਾਇਆ ਔਰ ਅਕਾਲੀ ਦਲ ਦਾ ਮੈਂਬਰ ਬਣਾਇਆ। ਕਾਰਨ ਇਹ ਕਿ ਉਹ ਲਬਾਣਾ ਬਰਾਦਰੀ, ਇਹਨਾਂ ਦੇ ਕੋਲ ਉਹਦੀਆਂ ਬਹੁਤ ਵੋਟਾਂ ਨੇ, ਸਿਰਫ ਇਸੇ ਕਰਕੇ ਕਿ ਵੀ ਸਾਡੀ ਇੱਧਰੋਂ ਸਾਡੀ ਵੋਟ ਜਾਲੇ,
ਸਾਡੀ ਵੋਟ ਬੈਂਕ ਨਾ ਖਤਮ ਹੋ ਗਿਆ। ਜਦੋਂ ਉਮੀਦਵਾਰ ਇਹਨਾਂ ਨੂੰ ਬਣਾਇਆ ਗਿਆ ਸੀ ਤੁਹਾਨੂੰ ਉਦੋਂ ਨਹੀਂ ਇਤਰਾਜ਼ ਉਠਾਉਣੇ ਚਾਹੀਦੇ ਸੀ? ਤੁਸੀਂ ਦੇਰੀ ਨਹੀਂ ਕਰਤੀ ਕਿਉਂਕਿ ਹੁਣ ਤਾਂ ਵੋਟਾਂ ਦਾ ਕੰਮ ਹੋ ਚੁੱਕਿਆ। ਮੈਨੂੰ ਪਤਾ ਬਾਅਦ ਚ ਲੱਗਿਆ। ਦੇਖੋ ਵਿਕਰਮ ਸਿੰਘ ਰੋਣੀ ਨੂੰ ਸਾਨੂੰ ਪਤਾ ਸੀ ਕਿ ਜੇ ਵਿਕਰਮ ਸਿੰਘ ਰੋਣੀ ਨੂੰ ਟਿਕਟ ਮਿਲਦੀ ਤਾਂ ਮੈਨੂੰ ਪਤਾ ਸੀ ਕਿ ਮੈਂ ਬੋਲਣਾ ਆਬਜੈਕਟ। ਇਹਨਾਂ ਨੇ ਵਿਕਰਮ ਸਿੰਘ ਰੋਣੀ ਨੂੰ ਉਦੋਂ ਟਿਕਟ ਨਹੀਂ ਦਿੱਤੀ, ਉਸ ਵੇਲੇ ਨਹੀਂ ਦਿੱਤੀ। ਫਿਰ ਅਸੀਂ ਕਿ ਜਦੋਂ ਉਹਨੂੰ ਟਿਕਟ ਹੀ ਨਹੀਂ ਦਿੱਤੀ ਤਾਂ ਫਿਰ ਸਾਡਾ ਮਤਲਬ ਕੀ ਹੈ ਬੋਲਣ ਦਾ। ਮੈਂ ਸੋਚਿਆ ਨਹੀਂ ਬੋਲਣਾ। ਹਰਵਿੰਦਰ ਸਿੰਘ ਕੇਪੀ ਬਾਰੇ ਔਰ ਦੂਸਰਾ ਜਿਹੜਾ ਹੈਗਾ ਜਸਬੀਰ ਸਿੰਘ ਜੱਸੀ ਬਾਰੇ ਮੈਨੂੰ ਕੱਲ ਹੀ ਪਤਾ ਲੱਗਾ। ਦੂਸਰਾ ਜਿਹੜਾ ਇਹਨਾਂ ਨੇ 2 ਮੈਂਬਰ ਜਿਹੜੇ ਕਾਪਸ ਨੇ, ਇੱਕ ਵਿਕਰਮ ਸਿੰਘ ਰੋਹੀ, ਦੂਜਾ ਜਿਹੜਾ ਬਣਾਇਆ ਅਰਵਿੰਦਰ ਸਿੰਘ ਆਹੂਜਾ, 2 ਬਣਾਏ ਸੀ ਮੈਂਬਰ ਜਿਹੜੇ ਕਾਪਟ ਕਰੇ ਸੀ, ਜਿਨ੍ਹਾਂ ਵਿੱਚੋਂ ਅਰਵਿੰਦਰ ਸਿੰਘ ਆਹੂਜਾ ਦਾ ਪਤਾ ਲੱਗਿਆ ਕੰਪਲੇਂਟ ਪਰਮਿੰਦਰਪਾਲ ਸਿੰਘ ਨੇ ਦਿੱਤੀ ਹੈ, ਪਰਮਿੰਦਰ ਸਿੰਘ ਨੇ ਦਿੱਤੀ ਹੈ। ਉਹ ਕੰਪਲੇਂਟ ਜਿਹੜੀ ਹੈਗੀ ਆ ਉਹ ਖਾਰਿਜ ਕਰਤੀ, ਸੌਰੀ ਕੰਪਲੇਂਟ ਐਕਸੈਪਟ ਕਰ ਲਈ ਔਰ ਅਰਵਿੰਦਰ ਸਿੰਘ ਆਹੂਜਾ ਦਾ ਕੈਂਸਲ ਕਰਤਾ ਇਹਨਾਂ ਨੇ। ਲੇਕਿਨ ਵਿਕਰਮ ਸਿੰਘ ਰੋਣੀ ਦਾ ਨਹੀਂ ਇਹਨਾਂ ਨੇ ਕੈਂਸਲ ਕੀਤਾ। ਕਿਉਂ ਨਹੀਂ ਕੀਤਾ? ਕਿ ਉਹ ਬਜਰ ਕ੍ਰੈਤ ਨਹੀਂ, ਕਿ ਉਹਨੇ ਐਫੀਡੇਵਿਟ ਦਿੱਤਾ। ਇਹਦਾ ਮਤਲਬ ਕਿ ਅੰਮ੍ਰਿਤਧਾਰੀ ਇੱਕ ਘਰ ਬਜਰ ਕ੍ਰੈਤ ਕੀਤੀ ਆ, ਉਹਨੂੰ ਨਾ ਕੋਈ ਪਨਿਸ਼ਮੈਂਟ ਹੋਈ ਨਾ ਪਾਰਟੀ ਨੇ ਕੀਤਾ। ਇਹਦਾ ਮਤਲਬ ਕਿ ਪਾਰਟੀ ਇਹੋ ਜਿਹੇ ਬੰਦਿਆਂ ਨੂੰ ਐਕਸੈਪਟ ਕਰ ਰਹੀ ਹੈ। ਅਕਾਲੀ ਦਲ ਦਾ ਇੰਨਾ ਮਿਆਰ ਡਿੱਗ ਗਿਆ। ਇਹਨਾਂ ਦੀ ਸ਼ਿਕਾਇਤ ਕਿੱਥੇ ਕਰੋਗੇ ਹੁਣ? ਇੱਕ ਤਾਂ ਗੁਰਦੁਆਰਾ ਕਮਿਸ਼ਨ ਕੋਲ ਕਰਨੀ ਹੁੰਦੀ ਹੈ ਜਾਂ ਫਿਰ ਕੋਰਟ 'ਚ ਕੇਸ ਲੈ ਕੇ ਜਾਣਾ ਹੁੰਦਾ, ਇਲੈਕਸ਼ਨ ਪਟੀਸ਼ਨ। ਅਸੀਂ ਕੱਲ ਸ਼ਿਕਾਇਤ ਕੀਤੀ ਹੈ, ਉਹ ਮੈਂ ਜੱਗੋ ਪਾਰਟੀ ਨੇ ਕੀਤੀ ਹੈ। ਲੇਕਿਨ ਉਹਨਾਂ ਨੇ ਆਖਿਆ ਕਿ ਵੀ ਇਹਨੇ ਸਾਨੂੰ ਐਫੀਡੇਵਿਟ ਦਿੱਤਾ ਕਿ ਵੀ ਮੈਂ ਅੰਮ੍ਰਿਤਧਾਰੀ ਹਾਂ, ਵੀ ਇਹਦੇ ਉੱਤੇ ਮੇਰੇ ਉੱਤੇ ਕੋਈ ਉਲੰਘਣਾ ਨਹੀਂ ਹੈ। ਅਸੀਂ ਹੁਣ ਉਸ ਆਧਾਰ ਤੇ ਕੋਰਟ 'ਚ ਜਾਵਾਂਗੇ। ਜਿਹੜਾ ਐਸਜੀਪੀਸੀ ਦੀਆਂ ਚੋਣਾਂ ਅਕਾਲੀ ਦਲ ਸਿੱਧੇ ਤੌਰ ਤੇ ਲੜਦਾ ਹੈ। ਇੱਕ ਪਾਸੇ ਅਕਾਲੀ ਦਲ ਚੋਣ ਲੜਦਾ ਕਿ ਮੈਂ ਧਰਮ ਨਿਰਪੱਖ ਪਾਰਟੀਆਂ ਵਿਧਾਨ ਸਭਾ ਲੋਕ ਸਭਾ ਚੋਣਾਂ ਲੜਦਾ ਹੈ, ਦੂਜੇ ਪਾਸੇ ਧਾਰਮਿਕ ਸੰਸਥਾ ਦੀਆਂ ਚੋਣਾਂ ਲੜਦਾ ਹੈ। ਇਹ ਸਾਰੇ ਕਾਸਤੇ ਕਬਜ਼ਾ ਕਰਨ ਦੀ ਜਿਹੜੀ ਹੋੜ ਆ ਅਕਾਲੀ ਦਲ ਨੂੰ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਅਕਾਲੀ ਦਲ ਨੂੰ ਇਹਨਾਂ ਤੇ ਇਹ ਬਾਦਲਾਂ ਨੂੰ ਤਾਂ ਇਹ ਹੈ ਕਿ ਵੀ ਮੈਂ ਸਾਰਾ ਕੁਝ ਕਬਜ਼ਾ ਕਰਨਾ, ਸਾਰਾ ਮੈਂ ਬਿਜ਼ਨਸ ਹੈ, ਬਿਜ਼ਨਸ ਮਾਈਂਡਡ ਨੇ ਇਹਨਾਂ ਨੇ। ਤੇ ਸਾਰਾ ਪੰਥਕ ਨੂੰ ਇਹਨਾਂ ਨੇ ਬਿਜ਼ਨਸ ਮਾਈਂਡਡ ਬਣਾਤਾ। ਬਿਜ਼ਨਸ ਸੋਚਿਆ ਕਿ ਵੀ ਇਹਨਾਂ ਨੂੰ ਲੁੱਟ ਲਓ ਖਾ ਲਓ। ਇਹਨਾਂ ਦੇ ਉੱਤੇ ਕਾ ਹੁਸ਼ਿਆਰਪੁਰ ਤੇ ਕੇਸ ਵੀ ਹੋਇਆ, ਮੈਨੂੰ ਇਸ ਚੀਜ਼ ਦੀ ਨੌਲੇਜ ਹੈ। ਮੈਂ ਇਹਨਾਂ ਨੂੰ ਜੇ ਇੱਕ ਪਾਸੇ ਪੰਥਕ ਪਾਰਟੀ ਹੈ ਤੇ ਇਹਨਾਂ ਨੂੰ ਪੰਥਕ ਹੀ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ, ਇਹਨਾਂ ਨੂੰ ਦੂਸਰੀਆਂ ਇਲੈਕਸ਼ਨਾਂ ਨਹੀਂ ਲੜਨੀਆਂ ਚਾਹੀਦੀਆਂ। ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਇਹਨਾਂ ਨੂੰ ਸਿਆਸਤ ਕਰਨੀ ਹੈ ਤੇ ਫਿਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਇਹਨਾਂ ਨੇ ਸ਼ੁਰੂ ਤੋਂ ਇਸ ਨੇ ਪਹਿਲਾਂ ਕੌਮ ਨੂੰ ਵੀ ਧੋਖਾ ਕੀਤਾ, ਸਰਕਾਰ ਨੂੰ ਵੀ ਧੋਖਾ ਦੇ ਰਿਹਾ, ਕਾਨੂੰਨ ਨੂੰ ਵੀ ਧੋਖਾ ਦੇ ਰਿਹਾ। ਇਹਨਾਂ ਦੇ ਉੱਤੇ ਤੇ ਕੇਸ ਰਜਿਸਟਰਡ ਹੋਣਾ ਚਾਹੀਦਾ, ਇਹਨਾਂ ਨੂੰ ਅੰਦਰ ਸੁੱਟਣਾ ਚਾਹੀਦਾ। ਕ੍ਰੈਤ ਮਰਿਆਦਾ ਮੁਤਾਬਕ ਧਰਮ ਦੇ ਅੰਡਰ ਸਿਆਸਤ ਹੋਣੀ ਚਾਹੀਦੀ ਹੈ, ਜੋ ਆਪਾਂ ਸੁਣਦੇ ਆਏ ਹਾਂ, ਇੱਕ ਪਰੰਪਰਾ ਹੈ। ਉਹਦੇ ਮੁਤਾਬਕ ਵੀ ਇਹ ਅਕਾਲੀ ਦਲ ਪੂਰਾ ਖਰਾ ਨਹੀਂ ਉਤਰਿਆ ਤੁਹਾਡੇ ਮੁਤਾਬਕ? ਅਕਾਲੀ ਦਲ ਕਿੱਥੋਂ ਖੜਾ? ਤੁਸੀਂ ਦੱਸੋ ਕਿ ਜਿਹੜੀ ਪੰਥਕ ਪਾਰਟੀ ਹੈ, ਮੈਨੂੰ ਇਹ ਦੱਸੋ ਤੁਸੀਂ ਹੁਣ ਦੇਖੋ ਇਹਦੇ 'ਚ ਕਿੰਨੀ ਗਿਰਾਵਟ ਆ ਚੁੱਕੀ ਹੈ। ਕੋਈ ਅੱਜ ਤੱਕ ਇਹ ਕੁਰਬਾਨੀਆਂ ਦੇ ਕੇ ਅਕਾਲੀ ਦਲ ਬਣਿਆ ਸੀ। ਕੋਈ ਐਦਾਂ ਨਹੀਂ ਹੈ ਕਿ ਵੀ ਸੌਦੇਬਾਜ਼ੀ ਕਰਕੇ ਬਣਿਆ ਕਰਨਾ। ਇਹਨਾਂ ਨੇ ਤੇ ਜਿਹੜੇ ਅੰਮ੍ਰਿਤਧਾਰੀ ਜਿਹੜੇ ਬੰਦੇ ਨੇ, ਜਿਹੜੇ ਹੈਗੇ ਨੇ ਬਾਣੀ ਤੇ ਬਾਣੇ ਨਾਲ ਧਾਰਨੀ ਨੇ, ਉਹਨਾਂ ਨੂੰ ਤਾਂ ਇਹਨਾਂ ਨੇ ਪਾਸੇ ਕੀਤਾ। ਅਕਾਲੀ ਇਹਨਾਂ ਨੂੰ ਇਹ ਦੇਖਦਾ ਕਿ ਜਿੱਥੋਂ ਸਾਨੂੰ ਵੋਟਾਂ ਮਿਲਣੀਆਂ ਨੇ। ਕਦੀ ਮੈਨੂੰ ਇਹ ਦੱਸੋ ਪਤਤ ਬੰਦਾ ਕਦੀ ਅਕਾਲੀ ਦਲ 'ਚ ਸ਼ਾਮਲ ਹੋ ਸਕਦਾ? ਇਹਨਾਂ ਨੇ ਉਹ ਵੀ ਸ਼ਾਮਿਲ ਕੀਤੇ ਹੋਏ ਨੇ ਸਿਰਫ ਆਪਣੀ ਵੋਟ ਬੈਂਕਿੰਗ ਲਈ। ਹੁਣ ਪਿੱਛੇ ਜੀ ਤੁਸੀਂ ਇੱਕ ਦੇਖਿਓ ਨਾ ਕਿ ਇੰਟਰਵਿਊ ਮੈਂ ਦੇਖੀ ਇਹਨਾਂ ਦੀ, ਇੱਕ ਕਿਤੇ ਹੈਗਾ ਸੀ ਇਹਨਾਂ ਦਾ ਪ੍ਰੋਗਰਾਮ, ਉੱਥੇ ਹੈ ਵਿਕਰਮ ਮਜੀਠੀ ਔਰ ਸੁਖਬੀਰ ਖੜਾ, ਉੱਥੇ ਇੱਕ ਬੀਜੇਪੀ ਦਾ ਬੰਦਾ ਇਹਨਾਂ ਨੇ ਸ਼ਾਮਿਲ ਕੀਤਾ, ਹਿੰਦੂ ਬੰਦਾ ਅਨਿਲ ਜੋਸ਼ੀ ਜਿਹਨੂੰ ਕੀਤਾ। ਉਹਨੇ ਇਹਨਾਂ ਨੇ ਤੇ ਜਕਾਰਾ ਹੀ ਬਦਲਤਾ। ਉਹ ਬੋਲੇ ਸੋਨੇ ਤੇ ਉਹਨੇ ਕਿਹਾ ਜੈ ਸ਼੍ਰੀ ਰਾਮ। ਹਾਂ ਤੇ ਉਹੀ ਹੈ ਨਾ। ਤੇ ਫਿਰ ਤੁਸੀਂ ਇਹਨਾਂ ਤੋਂ ਕਿ ਮੈਂ ਤਾਂ ਕਹਿੰਦੀ ਇਹੋ ਜਿਹੇ ਬੰਦਿਆਂ ਤੋਂ ਤਾਂ ਸਿਆਸਤ ਇਹਨਾਂ ਨੂੰ, ਜੇ ਇਹਨਾਂ ਨੇ ਸਿਆਸਤ ਵੱਲ ਜਾਣਾ ਚਾਹੀਦਾ, ਇਹਨਾਂ ਕੋਲ ਧਾਰਮਿਕ ਜਿਹੜੀਆਂ ਹੈਗੀਆਂ ਨਾ ਉਹ ਕੱਢ ਲੈਣਾ ਚਾਹੀਦਾ ਇਹਨਾਂ ਨੂੰ। ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਕੀ ਲੱਗਦਾ ਅਕਾਲੀ ਦਲ ਨੂੰ ਹੁੰਗਾਰਾ ਮਿਲੇਗਾ ਦੁਬਾਰੇ? ਕਿਉਂਕਿ ਸਰਗਰਮੀ ਤਾਂ ਪੂਰੀ ਕਰ ਰਹੇ ਨੇ ਅਕਾਲੀ ਦਲ ਵਾਲੇ, ਕਿਸਾਨ ਜਥੇਬੰਦੀਆਂ ਵਿਰੋਧ ਵੀ ਕਰ ਰਹੀਆਂ ਉਹਨਾਂ ਦਾ। ਕੀ ਲੱਗਦਾ ਕਿ ਅਕਾਲੀ ਦਲ ਦੁਬਾਰੇ ਜਿਹੜਾ ਆਪਣਾ ਖੁੱਸਿਆ ਆਧਾਰ ਹੈ ਵਾਪਸ ਲੈ ਲੇਗਾ ਹੁਣ? ਅਕਾਲੀ ਦਲ ਸਰਗਰਮੀਆਂ ਵੋਟਾਂ ਵਾਸਤੇ ਨਹੀਂ ਕਰ ਰਿਹਾ। ਅਕਾਲੀ ਦਲ ਨੂੰ ਪਤਾ ਕਿ ਅਸੀਂ ਨਹੀਂ ਜਿੱਤਣਾ। ਉਹ ਮਾਹੌਲ ਖਰਾਬ ਕਰ ਰਹੇ ਨੇ ਕਿਸਾਨਾਂ ਦਾ। ਤੁਹਾਨੂੰ ਪਤਾ ਕਿਸਾਨਾਂ ਦਾ ਇੰਨਾ ਨੁਕਸਾਨ ਹੋਇਆ, ਕਿਸਾਨ ਕਿੰਨੇ 600 ਸਿੰਘ ਸ਼ਹੀਦ ਹੋ ਚੁੱਕੇ ਨੇ ਉੱਥੇ ਦਿੱਲੀ ਬਾਰਡਰ ਤੇ। ਇਹਨਾਂ ਨੇ ਕਿੰਨੇ ਕੁ ਪਰਿਵਾਰਾਂ ਨੂੰ ਸਾਂਭਿਆ, ਕਿੰਨੇ ਕੁ ਪਰਿਵਾਰਾਂ ਨੂੰ ਕੀਤਾ। ਇਹ ਤੇ ਇੱਥੇ ਦਾ ਇਹਨਾਂ ਨੂੰ ਪਤਾ ਕਿ ਕਿਸਾਨ ਭੜਕਣਗੇ, ਮਾਹੌਲ ਖਰਾਬ ਹੋਊਗਾ, ਰਾਸ਼ਟਰਪਤੀ ਸ਼ਾਸਨ ਲਾਗੂ। ਜੋ 92 'ਚ ਹੋਇਆ ਨਾ, ਸੇਮ ਇਹ ਉਹੀ ਸਟੋਰੀ ਹੁਣ ਦੁਬਾਰਾ ਲੈ। ਜਿਹੜੇ ਰਹਿੰਦੇ ਬੱਚੇ ਹੈਗੇ ਇਹਨਾਂ ਨੇ ਉਹ ਮਰਵਾ ਦੇਣੇ ਆ। ਪੰਜਾਬ ਦਾ ਇੱਕ ਦੁਖਾਂਤ ਹੈ, ਅਕਾਲੀ ਦਲ ਦਾ ਜਿਹੜਾ ਪੂਰਕ ਕੋਈ ਪਾਰਟੀ ਸਾਹਮਣੇ ਨਹੀਂ ਆ ਰਹੀ ਜਿਹੜਾ ਅਕਾਲੀ ਦਲ ਦਾ ਖੱਪਾ ਭਰ ਦੇਵੇ। ਢੀਂਡਸਿਆਂ ਨੇ ਜ਼ੋਰ ਲਾ ਲਿਆ, ਉਹਦਾ ਵੀ ਕੋਈ ਐਡਾ ਆਧਾਰ ਨਹੀਂ ਬਣਿਆ। ਆਮ ਆਦਮੀ ਪਾਰਟੀ ਵੀ ਆਪਸੀ ਫੁੱਟ ਦਾ ਸ਼ਿਕਾਰ ਹੈ। ਕਾਂਗਰਸ ਦੇ ਵਿਰੋਧ ਵਜੋਂ ਕੋਈ ਡਟਵੀਂ ਪਾਰਟੀ ਉੱਭਰ ਨਹੀਂ ਰਹੀ, ਜਿਸ ਕਾਰਨ
ਪੰਥਕ ਮਸਲੇ ਪੂਰੀ ਤਰ੍ਹਾਂ ਹੱਲ ਨਹੀਂ ਹੋ ਰਹੇ, ਲੋਕਾਂ ਦੀਆਂ ਸਮੱਸਿਆਵਾਂ ਨੇ, ਪੰਜਾਬ ਤੇ ਕਰਜ਼ਾ ਚੜ੍ਹਦਾ ਜਾ ਰਿਹਾ, ਕਿਸਾਨਾਂ ਦੀਆਂ ਸਮੱਸਿਆਵਾਂ ਨੇ, ਬੇਰੁਜ਼ਗਾਰੀ, ਬਹੁਤ ਸਾਰੇ ਵੱਡੇ ਮਸਲੇ ਨੇ ਪੰਜਾਬ ਦੇ। ਕਿਉਂ ਨਹੀਂ ਸਿਆਸੀ ਪਾਰਟੀਆਂ ਵਧੀਆ ਕੋਈ ਸਾਹਮਣੇ ਆ ਰਹੀਆਂ? ਦੇਖੋ, ਇਹ ਪਾਰਟੀਆਂ ਨੇ ਲੁੱਟ ਕੇ ਤੇ ਦੋ ਹੀ ਪਰਿਵਾਰਾਂ ਨੇ ਖਾਧਾ। 84 ਤੋਂ ਪਹਿਲਾਂ 87 ਤੋਂ ਪਹਿਲਾਂ ਕਿੰਨਾ ਕੁ ਕਰਜ਼ਾ ਸੀ? ਕੋਈ ਕਰਜ਼ਾ ਨਹੀਂ ਸੀ। ਉਸ ਤੋਂ ਬਾਅਦ ਇਹ ਕਰਜ਼ਾ ਹੋਇਆ ਨਾ, ਤੇ ਜਿਹੜਾ ਇੰਨਾ ਪੰਜਾਬ ਡੁੱਬ ਗਿਆ ਕਰਜ਼ੇ ਥੱਲੇ। ਇਹਨਾਂ ਦੋ ਪਰਿਵਾਰਾਂ ਨੇ ਲੁੱਟ ਕੇ ਖਾਧਾ। ਇਹਨਾਂ ਦੇ ਕੋਲ ਪੈਸਾ ਹੈਗਾ ਤੁਹਾਨੂੰ, ਔਰ ਆਪਣੀ ਬਦਕਿਸਮਤੀ ਇਹ ਆ, ਆਪਣੇ ਜਿਹੜੇ ਲੋਕੀ ਨੇ ਉਹ ਕੁਛ ਦਿਨ ਦੀਆਂ ਸ਼ਰਾਬ ਦੀਆਂ ਬੋਤਲਾਂ ਤੇ ਪੈਸਿਆਂ ਦੇ ਕਰਕੇ ਆਪਣੇ ਆਪ ਨੂੰ ਵੇਚ ਦਿੰਦੇ ਨੇ, ਤੇ ਇਹ ਵੋਟਾਂ ਲੈ ਲੈਂਦੇ ਨੇ ਤੇ ਆਪ ਬਣ ਜਾਂਦੇ ਨੇ। ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਤਾਂ ਨਹੀਂ ਸਾਨੂੰ ਵਧੀਆ ਕੋਈ ਮਿਲ ਰਿਹਾ ਸਿਆਸੀ ਲੀਡਰ। ਪੰਥ ਹਮਦਰਦੀ ਹੈਗੇ ਹੋ, ਲੋਕਾਂ ਨੂੰ ਕੀ ਮੈਸੇਜ ਆ ਤੁਹਾਡਾ? ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੇ, ਉਹਦੇ ਵਿੱਚ ਲੋਕ ਕੀ ਪਲਾਨ ਕਰਨ, ਕੀ ਸੋਚਣ, ਕਿਹੋ ਜਿਹਾ ਮਾਹੌਲ ਹੋਵੇ ਚੋਣਾਂ ਦਾ? ਮੈਂ ਚਾਹੁੰਦੀ ਹਾਂ, ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਵੀ ਤੁਸੀਂ ਪੈਸਿਆਂ ਵੱਲ, ਸ਼ਰਾਬਾਂ ਦੀਆਂ ਬੋਤਲਾਂ ਛੱਡੋ, ਇਹਨਾਂ ਦਾ ਇਹ ਸੋਚਣਾ ਛੱਡੋ। ਜਿਹੜਾ ਤੁਹਾਨੂੰ ਇਹ ਝੂਠੇ ਲੋਲੀਪੌਪ ਦੇ ਦਿੰਦੇ ਨੇ ਕਿ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ, ਅਸੀਂ ਤੁਹਾਡੇ ਮੋਟਰਾਂ ਲਵਾ ਦਾਂਗੇ, ਤੁਹਾਨੂੰ ਬਿੱਲ ਮਾਫ ਕਰ ਦਾਂਗੇ, ਫ੍ਰੀ ਬਿਜਲੀ ਦੇ ਦਾਂਗੇ, ਇਹ ਤੁਸੀਂ ਸਭ ਕੁਝ ਛੱਡ ਦਿਓ। ਇਹ ਜਦ ਤੱਕ ਤੁਸੀਂ ਇਹ ਨਹੀਂ ਛੱਡੋਗੇ ਤੇ ਆਉਣ ਵਾਲੀ ਪੀੜ੍ਹੀਆਂ ਵੀ ਅਸੀਂ ਇੱਦਾਂ ਹੀ ਮਰਵਾਉਂਦੇ ਰਵਾਂਗੇ। ਜਦ ਤੱਕ ਤੁਸੀਂ ਇਹ ਨਹੀਂ ਛੱਡੋਗੇ ਤਦ ਤੱਕ ਸਾਡਾ ਪੰਜਾਬ ਦਾ ਕੁਝ ਨਹੀਂ ਹੋਣਾ। ਸੋ ਇਹ ਸਨ ਨਿਰਪ੍ਰੀਤ ਕੌਰ, ਜੋ ਦਿੱਲੀ ਸਿੱਖ ਕਾਤਲਾਂ ਦੇ ਪੀੜਤ ਨੇ, ਜਿਨ੍ਹਾਂ ਨੇ ਖਰੀਆਂ ਖੋਟੀਆਂ ਸੁਣਾਈਆਂ ਸਾਡੇ ਸਿਆਸੀ ਲੀਡਰਾਂ ਨੂੰ, ਤੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਜੋ ਦਿੱਲੀ ਚੋਣਾਂ ਲੜੀਆਂ ਨੇ ਉਹਦੇ ਵਿੱਚ ਕੁਝ ਉਮੀਦਵਾਰ ਨੇ ਜਿਹੜੇ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ। ਸੋ ਵੱਡੇ ਸਵਾਲ ਖੜੇ ਕੀਤੇ ਨੇ। ਇਹ ਵੀ ਕਿਹਾ ਕਿ ਇਹ ਕੋਰਟ ਦਾ ਜ਼ਰੂਰ ਬੂਹਾ ਖੜਕਾਉਣਗੇ ਜਿਹੜੇ ਗਲਤ ਮੈਂਬਰ ਬਣਾਏ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਕੋਕਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।